ਸਮਝੌਤਿਆਂ ਦੇ ਵਿੱਚ ਕੋਈ ਘੁੰਡੀ ਨਹੀਂ ਰੱਖੀ ਗਈ ਕਿ ਇਹ ਸਮੇਂ ਤੋਂ ਪਹਿਲਾਂ ਰੱਦ ਹੋ ਸਕਦੇ ਨੇ, ਕਿਉਂਕਿ ਵਿਰੋਧੀ ਧਿਰਾਂ ਤਾਂ ਬੜੇ ਜ਼ੋਰ ਦੇ ਕੇ ਕਹਿ ਰਹੀਆਂ ਨੇ ਕਿ ਸਾਡੀ ਸਰਕਾਰ ਆ ਲੈਣ ਦਿਓ ਦੁਬਾਰਾ, ਅਸੀਂ ਇਹਨਾਂ ਨੂੰ ਰੱਦ ਕਰ ਦਿਆਂਗੇ। 4.5 ਸਾਲ ਦਾ ਸਮਾਂ ਮੌਜੂਦਾ ਸਰਕਾਰ ਦਾ ਲੰਘ ਗਿਆ। ਮੈਂ ਕੋਈ ਪੋਲੀਟੀਕਲੀ ਗੱਲ ਨਹੀਂ ਕਰਨਾ ਚਾਹੂੰਗਾ, ਮੈਂ ਗੱਲ ਕਰਨਾ ਚਾਹੂੰਗਾ ਜੇ ਸੱਚੀ ਮੁੱਚੀ ਇਹ ਜਿਸ ਦਿਨ ਸਰਕਾਰ ਆਈ ਆ, ਜੇ ਉਹਨੂੰ ਲੱਗਦਾ ਸੀ ਵੀ ਇਹਦੇ 'ਚ ਇਹ ਚੀਜ਼ ਤੇ ਇਹਨਾਂ ਨੂੰ ਕਿਸੇ ਨੇ ਜਿਹੜੀ ਸਟੇਟਮੈਂਟ ਅੱਜ ਆਈ ਆ ਉਸ ਦਿਨ ਵੀ ਇਹ ਹੋ ਸਕਦਾ ਸੀ। ਇਹਦੇ 'ਚ ਪਹਿਲੀ ਕਲੌਜ਼ ਜੇ ਇਹ ਰੱਦ ਹੋਣੇ ਆ ਤੇ ਸਿਰਫ ਜਿਹਨੇ ਬਿਜਲੀ ਦੇਣੀ ਆ ਤਿਆਰ ਕਰਕੇ ਪਹਿਲਾ ਅਖਤਿਆਰ ਉਹਦੇ ਕੋਲ ਹੈ ਸਮਝੌਤੇ ਦੇ ਮੁਤਾਬਕ, ਉਹ ਰੱਦ ਕਰ ਸਕਦਾ। ਦੂਜਾ ਅਖਤਿਆਰ ਸਰਕਾਰ ਦੇ ਕੋਲ ਉਦੋਂ ਆਏਗਾ ਜਦੋਂ ਸਰਕਾਰ ਨੇ ਜਿਹੜੀਆਂ ਸ਼ਰਤਾਂ ਦੇ ਤਹਿਤ ਉਹ ਤੋਂ ਬਿਜਲੀ ਲੈਣੀ ਆ ਉਹ ਨਹੀਂ ਦੇ ਰਿਹਾ, ਉਹ ਅੱਜ ਦੀ ਡੇਟ 'ਚ ਵੀ ਕਹਿ ਰਿਹਾ ਮੈਂ ਬਿਜਲੀ ਦੇ ਸਕਦਾ। ਜੇ ਇਹ ਕਹਿੰਦੇ ਆ ਕਿ ਸਮਝੌਤੇ ਰੱਦ ਕਰਨੇ ਆ, ਇਹਨਾਂ ਕੋਲ ਬਦਲ ਕਿਹੜਾ ਹੋਊਗਾ ਫਿਰ? ਸਭ ਤੋਂ ਪਹਿਲੀ ਜ਼ਰੂਰਤ ਆਹੀ ਆ ਕਿ ਜੇ ਉਸ ਵੇਲੇ ਸਰਕਾਰ ਵਾਕਿਆ ਹੀ ਆਪਣੇ ਕੋਲ ਬੈਲੈਂਸ ਆਫ ਪਾਵਰ ਰੱਖਣਾ ਚਾਹੁੰਦੀ ਤੇ ਜਿਹੜੇ ਪਬਲਿਕ ਸੈਕਟਰ ਜਾਣੀ ਕਿ ਮਹਿਕਮੇ ਦੇ ਆਪਣੇ ਜਨਰੇਟਿੰਗ ਸਟੇਸ਼ਨ ਸੀਗੇ ਉਹ ਨਵੇਂ ਜਨਰੇਟਿੰਗ ਸਟੇਸ਼ਨ ਲਗਾ ਸਕਦੀ ਸੀ, ਆਪਣੇ ਪੁਰਾਣੇ ਜਨਰੇਟਿੰਗ ਸਟੇਸ਼ਨ ਨੂੰ ਉਹਦੀ ਕਪੈਸਿਟੀ ਵਧਾ ਸਕਦੀ ਸੀ ਤੇ ਜਿਹੜੇ ਚੱਲ ਰਹੇ ਸੀਗੇ ਉਹਨਾਂ ਨੂੰ ਰੈਨੋਵੇਟ ਕਰ ਸਕਦੀ ਸੀ। ਇਹ ਤਿੰਨ ਢੰਗ ਅਪਣਾ ਸਕਦੀ ਸੀਗੀ। ਪਰ ਫਿਰ ਗੱਲ ਉੱਥੇ ਆ ਜਾਂਦੀ ਵੀ ਜੇ ਇਹਨਾਂ ਕੋਲ ਆਪਣੇ ਸਾਧਨ ਹੁੰਦੇ ਤੇ ਇਹ ਕਰ ਲੈਂਦੇ। ਇਹਨਾਂ ਨੇ ਤਾਂ ਬਠਿੰਡਾ ਥਰਮਲ ਪਲਾਂਟ ਸਰਕਾਰ ਨੇ ਆਉਂਦਿਆਂ ਕਮੇਟੀ ਬਣਾ ਕੇ ਬੰਦ ਕਰਤਾ ਤੇ ਦੂਸਰਾ ਜਿਹੜਾ ਰੋਪੜ ਥਰਮਲ ਪਲਾਂਟ ਹੈ ਉਹਦੇ 2 ਯੂਨਿਟ ਵੀ ਬੰਦ ਕਰ ਲਏ। ਜਦੋਂ ਆਪਣਾ ਥਰਮਲ ਪਲਾਂਟ ਬੰਦ ਕਰਾ ਲਿਆ, 2 ਯੂਨਿਟ ਉਹਦੇ ਵੀ ਬੰਦ ਕਰਾ ਲਏ ਤੇ ਹੁਣ ਆਪਣਾ ਇੰਬੈਲੈਂਸ ਤਾਂ ਆਪਾਂ ਹੋਰ ਕਰ ਲਿਆ। ਤੇ ਤੀਜੀ ਗੱਲ ਰਹਿ ਗਈ ਵੀ ਆਪਾਂ ਨੂੰ ਤਾਂ ਲਗਾਤਾਰ ਚਾਹੇ ਜ਼ਿਆਦਾ ਤੇ ਚਾਹੇ ਘੱਟ ਲਗਾਤਾਰ ਬਾਹਰਲੇ ਸੋਰਸਿਸ ਤੋਂ ਬਿਜਲੀ ਚਾਹੀਦੀ ਆ ਤੇ ਲਗਾਤਾਰ ਬਿਜਲੀ ਜਿਹੜੀ ਹੈਗੀ ਆ ਉਹਦੇ 3 ਤਰ੍ਹਾਂ ਦੇ ਸਮਝੌਤੇ ਹੁੰਦੇ ਆ। ਥੋੜ੍ਹੀ ਬਿਜਲੀ ਥੋੜ੍ਹੇ ਸਮੇਂ ਲਈ, ਜ਼ਿਆਦਾ ਬਿਜਲੀ ਜ਼ਿਆਦਾ ਸਮੇਂ ਲਈ ਤੇ ਵਿਚਕਾਰ ਥੋੜ੍ਹੀ ਬਿਜਲੀ ਜ਼ਿਆਦਾ ਸਮੇਂ ਲਈ। ਹੁਣ ਇਹ 3 ਤਰ੍ਹਾਂ ਦੇ ਸਮਝੌਤੇ ਜਦੋਂ ਤੁਸੀਂ ਥੋੜ੍ਹੀ ਬਿਜਲੀ ਥੋੜ੍ਹੇ ਸਮੇਂ ਲਈ ਲਓਗੇ ਰੇਟ ਘੱਟ ਹੋਏਗਾ, ਜ਼ਿਆਦਾ ਬਿਜਲੀ ਜ਼ਿਆਦਾ ਸਮੇਂ ਲਈ ਤੁਹਾਨੂੰ ਚਾਹੀਦੀ ਹੈ ਰੇਟ ਵੱਧ ਹੋਏਗਾ। ਇਹ ਆਪਾਂ ਇਹ ਸਮਝੌਤੇ ਰੱਦ ਕਰ ਲੈਂਦੇ ਹਾਂ, ਸਾਡੇ ਕੋਲ ਬਦਲਵਾਂ ਹੱਲ ਹਜੇ ਤੱਕ ਅਵੇਲੇਬਲ ਨਹੀਂ ਨਜ਼ਰ ਆਉਂਦਾ ਜਿਹਦੇ ਨਾਲ ਆਪਾਂ ਇਮੀਡੀਏਟਲੀ ਬੱਤੀ ਲੋਕਾਂ ਨੂੰ ਦੇ ਸਕੀਏ। ਜਿਵੇਂ ਇਹ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਨੇ ਹੱਥ ਵੱਢ ਕੇ ਆਪਣੇ ਦੇ ਦਿੱਤੇ ਆ, ਇਹ ਕੋਈ ਆਪਣੇ ਪਲਾਂਟ ਨਹੀਂ ਸੀ ਲਾ ਸਕਦੇ ਸਰਕਾਰੀ? ਉਹਦੇ 'ਚ ਖਰਚਾ ਜ਼ਿਆਦਾ ਆਉਂਦਾ ਸੀ ਕਿ ਇਹਨਾਂ ਕੋਲ ਸੁੱਖ ਸਹੂਲਤਾਂ ਉਹ ਜਿਹੀਆਂ ਹੈ ਨਹੀਂ ਸੀ? ਜਿੱਥੋਂ ਤੱਕ ਖਰਚੇ ਦੀ ਗੱਲ ਕਰੀਏ, ਖਰਚੇ ਦੀ ਮੈਂ ਕਹਿ ਚੁੱਕਾ ਵੀ ਸਰਕਾਰ ਦੇ ਕੋਲ ਉਹ ਚੀਜ਼ਾਂ ਨਹੀਂ ਸੀਗੀਆਂ। ਪਰ ਜਿੱਥੋਂ ਤੱਕ ਟੈਕਨੋਲੋਜੀ ਦੀ ਗੱਲ ਕਰੀਏ ਜਾਂ ਆਪਣੀ ਜਿਹੜੀ ਕਾਬਲੀਅਤ ਦੀ ਗੱਲ ਕਰੀਏ ਤੇ PSPCL ਦੇ ਕੋਲ ਆਪਣੇ ਕਾਬਲ ਇੰਜੀਨੀਅਰ ਇਸ ਲੈਵਲ ਦੇ ਸੀਗੇ ਕਿ ਜਿਨ੍ਹਾਂ ਨੇ ਰੋਪੜ ਥਰਮਲ ਪਲਾਂਟ ਜਿਹੜਾ ਲਗਾਇਆ, ਉਹ ਰੋਪੜ ਥਰਮਲ ਪਲਾਂਟ ਪੂਰੇ ਭਾਰਤ ਦੇ ਅੰਦਰ ਇੱਕ ਐਸਾ ਥਰਮਲ ਪਲਾਂਟ ਜਿਹਨੇ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਆ। ਕੋਈ ਕਹਿ ਰਿਹਾ ਹੈ ਕਿ ਸਸਤੀ ਕਰ ਦਿਆਂਗੇ ਤੇ ਕੋਈ ਕਹਿ ਰਿਹਾ ਹੈ ਕਿ ਅਸੀਂ ਮੁਫਤੀ ਕਰ ਦੇਣੀ ਹੈ ਬਿਜਲੀ, ਇੰਨੀ ਸਸਤੀ ਕਰ ਦੇਣੀ ਹੈ। ਤਾਂ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ ਨੇ ਕਿ ਜਾਂ ਫਿਰ ਇਹ ਨਿਹੱਥੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪੰਜਾਬ? ਜੇ ਪੋਲੀਟੀਕਲ ਆਕਾ ਆ ਕੇ ਉਹ ਕਵੇ ਮੈਂ ਖਜ਼ਾਨਾ ਲੁਟਾਉਣਾ ਆ ਤੇ ਉਹ ਕੁਝ ਵੀ ਕਰ ਸਕਦਾ, ਉਹਦੇ ਤੇ ਕਮੈਂਟ ਨਹੀਂ ਹੋ ਸਕਦੇ। ਪੰਜਾਬ ਦੇ ਅੰਦਰ ਪੀਕ ਸੀਜ਼ਨ ਦੇ ਅੰਦਰ 14,000 ਮੈਗਾਵਾਟ ਜਿਹੜੀ ਹੈ ਉਹ ਬਿਜਲੀ ਦੀ ਕੰਜ਼ੰਪਸ਼ਨ ਹੁੰਦੀ ਆ। ਹੁਣ ਉਹਦੇ 'ਚੋਂ 300 ਜਿਹੜਾ ਯੂਨਿਟ ਕੰਜ਼ਿਊਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਿੱਡੀ ਵੱਡੀ ਆ। ਜੇ ਜਨਰਲ ਕੰਜ਼ਿਊਮਰ ਦੀ ਗੱਲ ਕਰ ਲਈਏ ਤੇ ਦਿੱਲੀ ਦੀ ਟੋਟਲ ਪਾਪੂਲੇਸ਼ਨ ਤੋਂ ਕਿਤੇ ਜ਼ਿਆਦਾ ਆ। ਹੁਣ ਦਿੱਲੀ ਦੀ ਪਾਪੂਲੇਸ਼ਨ ਤੋਂ ਜ਼ਿਆਦਾ ਹੋਣ ਕਰਕੇ ਇੱਥੇ ਆ ਕੇ ਇਹ ਗੱਲ ਕਹਿਣਾ ਵੀ ਫ੍ਰੀ ਬਿਜਲੀ ਦਿੱਤੀ ਜਾ ਸਕਦੀ ਹੈ, ਖਜ਼ਾਨਾ ਖਾਲੀ ਕੀਤਾ ਜਾ ਸਕਦਾ, ਕਰੀਬ 18,000 ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਲਾਨਾ ਫਿਰ ਸਾਨੂੰ ਇਸ ਪੱਖ 'ਚ ਦੇਣਾ ਪੈ ਸਕਦਾ ਆ। ਤੇ ਜੇ ਆਪਾਂ ਸਸਤੀ ਬਿਜਲੀ ਦੇਣੀ ਆ, ਜਦੋਂ ਆਪਾਂ ਖਰੀਦ ਹੀ ਬਾਹਰੋਂ ਰਹੇ ਆ ਤੇ ਫਿਰ ਸਸਤੀ ਬਿਜਲੀ ਕਿੱਦਾਂ ਦਿੱਤੀ ਜਾ ਸਕਦੀ ਹੈ? ਟੈਕਨੀਕਲੀ ਮੇਰੇ ਕੋਲ ਜਸਟੀਫਿਕੇਸ਼ਨ ਨਹੀਂ ਹੈਗੀ। ਵੋਟਾਂ ਨੇੜੇ ਆ ਗਈਆਂ ਨੇ ਤੇ ਲੀਡਰਾਂ ਦੇ ਵੱਲੋਂ ਹੁਣ ਲੁਭਾਉਣੇ ਲੋਕਾਂ ਨੂੰ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਨੇ। ਹੁਣ ਲੀਡਰਾਂ ਨੂੰ ਆਮ ਲੋਕਾਂ ਦੀ ਅਤੇ ਆਮ ਮੁੱਦਿਆਂ ਦੀ ਯਾਦ ਆਉਣੀ ਸ਼ੁਰੂ ਹੋ ਗਈ ਹੈ। ਇਹਨਾਂ ਮੁੱਦਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਬਿਜਲੀ ਦਾ ਬਣਿਆ ਹੋਇਆ ਹੈ। ਕੋਈ ਕਹਿੰਦਾ ਹੈ ਕਿ ਅਸੀਂ ਬਿਜਲੀ ਮੁਫਤ ਦੇ ਦਿਆਂਗੇ, ਕੋਈ ਕਹਿੰਦਾ ਹੈ ਕਿ ਅਸੀਂ ਬਿਜਲੀ ਦੇ ਰੇਟ ਘਟਾ ਦਿਆਂਗੇ, ਕੋਈ ਇਹ ਕਹੀ ਜਾ ਰਿਹਾ ਹੈ ਕਿ ਅਸੀਂ ਪਿਛਲੇ ਜਿਹੜੇ ਬਿਜਲੀ ਸਮਝੌਤੇ ਕੀਤੇ ਆ ਜਿਨ੍ਹਾਂ ਕਰਕੇ ਬਿਜਲੀ ਮਹਿੰਗੀ ਹੋਈ ਹੈ ਉਹ ਸਮਝੌਤੇ ਰੱਦ ਕਰ ਦਿਆਂਗੇ। ਹੁਣ ਵੱਡਾ ਮਸਲਾ ਇਹ ਹੈ ਕਿ ਜਦੋਂ ਅਸੀਂ ਕਿਸੇ ਨਾਲ ਕੰਟਰੈਕਟ ਕਰ ਲਿਆ ਤਾਂ ਉਹ ਕੰਟਰੈਕਟ ਕਿਸ ਤਰੀਕੇ ਨਾਲ ਖਤਮ ਕੀਤੇ ਜਾ ਸਕਦੇ ਨੇ, ਕਿਉਂਕਿ ਕੱਲ੍ਹ ਜਦੋਂ ਨਵਜੋਤ ਸਿੰਘ ਸਿੱਧੂ ਵੀ ਜਲੰਧਰ ਦੇ ਵਿੱਚ ਆਏ ਤੇ ਉਹਨਾਂ ਨੇ ਇੱਕੋ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਜਿਹੜੇ ਅਕਾਲੀ ਦਲ ਦੀ ਸਰਕਾਰ ਵੇਲੇ ਸਮਝੌਤੇ ਹੋਏ ਨੇ ਬਿਜਲੀ ਦੇ, ਉਹ ਸਮਝੌਤਿਆਂ ਨੂੰ ਸਭ ਤੋਂ ਪਹਿਲਾਂ ਅਸੀਂ
ਰੱਦ ਕਰਾਂਗੇ। ਪਰ ਇਹ ਰੱਦ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ, ਇਸ ਬਾਰੇ ਅੱਜ ਅੰਦਰਲੀਆਂ ਘੁੰਡੀਆਂ ਜਾਣਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਇਹ ਸਮਝੌਤੇ ਹੋਏ ਕਿਉਂ ਸੀ ਤੇ ਰੱਦ ਹੋ ਸਕਦੇ ਆ ਤੇ ਕਿਵੇਂ ਹੋ ਸਕਦੇ ਆ ਕਿ ਨਹੀਂ ਹੋ ਸਕਦੇ। ਮੇਰੇ ਨਾਲ ਪੀਐਸਪੀਸੀਐਲ ਦੇ ਸਾਬਕਾ ਆਫੀਸਰ ਜਸਵੰਤ ਰਾਏ ਹੋਣੀ ਬੈਠੇ ਨੇ, ਗੱਲਬਾਤ ਕਰਦੇ ਆ। ਰਾਏ ਸਾਹਿਬ, ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇਣ ਦੇ ਲਈ। ਸਰ, ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਦੀ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ, ਜਿਹੜੇ ਆਪਣੇ ਸੂਝਵਾਨ ਸਰੋਤਿਆਂ ਤੱਕ ਇੱਕ ਬਹੁਤ ਅੱਛੇ ਵਿਸ਼ੇ ਦੇ ਉੱਤੇ, ਜਿਹੜਾ ਹਰ ਘਰ ਦੀ ਜ਼ਰੂਰਤ ਹੈ, ਉਸ ਟੌਪਿਕ ਦੇ ਉੱਤੇ ਗੱਲ ਕਰਨ ਆ ਰਹੇ ਆ। ਸੋ ਬਹੁਤ-ਬਹੁਤ ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾ ਸਵਾਲ ਇਹ ਕਿ 2008 ਦੇ ਕਰੀਬ ਇਹ ਸਮਝੌਤੇ ਹੋਏ ਸੀਗੇ ਤੇ 25 ਸਾਲ ਦਾ ਸਮਾਂ ਇਹ ਬਣ ਲਿਆ ਗਿਆ। ਇਹ ਸਮਝੌਤੇ ਉਸ ਸਮੇਂ ਹੋਏ ਕਿਉਂ ਸੀਗੇ? ਦੇਖੋ, ਕਦੀ ਵੀ ਜਦੋਂ ਸਰ ਸਮਝੌਤੇ ਦੀ ਗੱਲ ਕਰਦੇ ਆ, ਸਮਝੌਤਾ ਸ਼ਬਦ ਆਪਣੇ ਆਪ ਦੇ ਅੰਦਰ ਹੀ ਇੱਕ ਸੰਪੂਰਨ ਸ਼ਬਦ ਹੈ ਵੀ ਕਿਸੇ ਦੀ ਜ਼ਰੂਰਤ ਹੈ ਤੇ ਕੋਈ ਚੀਜ਼ ਚਾਹੀਦੀ ਸੀਗੀ ਤੇ ਉਹਦੇ ਆਪਣੇ ਕੋਲ ਨਾ ਹੋਣ ਕਰਕੇ ਉਹਨੇ ਫਿਰ ਉਹਦਾ ਸਮਝੌਤਾ ਕੀਤਾ। ਸੋ ਇੱਥੇ ਵੀ ਇਹ ਚੀਜ਼ ਉਨੀ ਢੁਕਵੀਂ ਆ ਵੀ ਸਰਕਾਰ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਦੇਣਾ ਚਾਹੁੰਦੀ ਸੀ, ਦੱਸਣਾ ਚਾਹੁੰਦੀ ਸੀ, ਤੇ ਉਹਦੇ ਨਾਲ ਜਦੋਂ ਉਹਨੇ ਦੇਖਿਆ ਆਪਣੇ ਖਜ਼ਾਨੇ ਵੱਲ ਤੇ ਖਜ਼ਾਨੇ 'ਚ ਉਹਦੇ ਕੋਲ ਉਹ ਚੀਜ਼ ਉਹਨੇ ਉਸ ਢੰਗ ਨਾਲ ਨਹੀਂ ਸੀਗੀ। ਦੂਜਾ, ਜਿਹੜੀਆਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਜਿਹੜੀਆਂ ਪਾਲਿਸੀਜ਼ ਹੈਗੀਆਂ, ਉਹਦੇ ਤਹਿਤ ਵੀ ਪ੍ਰਾਈਵੇਟ ਪਲੇਅਰ ਨੂੰ ਇਨਵਾਈਟ ਕੀਤਾ ਜਾ ਰਿਹਾ ਸੀਗਾ ਤੇ ਉਸ ਪ੍ਰਾਈਵੇਟ ਪਲੇਅਰ ਦੇ ਕੋਲੋਂ ਫਿਰ ਇਹ ਜਿਹੜੇ ਆ ਸਮਝੌਤਿਆਂ ਦੇ ਤਹਿਤ ਪੰਜਾਬ ਨੂੰ ਪ੍ਰਫੁੱਲਤ ਕਰਨ ਦੇ ਨਾਂ ਦੇ ਹੇਠ ਇਹ ਜਿਹੜੇ ਸਮਝੌਤੇ ਆ ਉਹ ਕੀਤੇ ਗਏ। ਸੋ ਉਹਨਾਂ ਸਮਝੌਤਿਆਂ ਦੇ ਵੇਲੇ ਉਸ ਵੇਲੇ 2-3 ਚੀਜ਼ਾਂ ਜ਼ਰੂਰੀ ਹੈ। ਇੱਕ ਤਾਂ ਦੇਖੋ ਲਿਖਤੀ ਸਮਝੌਤਾ ਹੋਣਾ, ਉਹਦੀਆਂ ਸ਼ਰਤਾਂ ਬਹੁਤ ਜ਼ਰੂਰੀ ਸੀਗੀਆਂ। ਦੂਸਰਾ ਵੀ ਉਹਦੀ ਰਿਕੁਆਇਰਮੈਂਟ ਕਿੰਨੀ ਆ। ਤੀਜਾ, ਜਿੰਨੀ ਅਸੀਂ ਰਿਕੁਆਇਰਮੈਂਟ ਲੈ ਲਈ ਆ ਵੀ ਉਨੀ ਯੂਟਿਲਾਈਜੇਸ਼ਨ ਹੋ ਜੂਗੀ। ਤੇ ਉਹਦੇ ਤੋਂ ਬਾਅਦ ਆ ਜਾਂਦਾ ਅਗਲਾ ਪਾਰਟ ਵੀ ਹੁਣ ਉਹ ਮਹਿੰਗਾ ਪੈ ਰਿਹਾ, ਸਸਤਾ ਪੈ ਰਿਹਾ, ਹੁਣ ਉਹਦੇ ਅਸੀਂ ਕਿੱਥੇ ਖੜੇ ਆ। ਇਹ ਅੱਜ ਦੀ ਜ਼ਰੂਰਤ ਬਣ ਗਈ ਆ। ਸੋ ਜਿਹਦੇ ਵਿੱਚੋਂ ਅੱਜ ਦਾ ਸਵਾਲ ਪੈਦਾ ਹੋ ਰਿਹਾ ਵੀ ਇਹਨਾਂ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਜਾਵੇ ਜਾਂ ਇਹ ਰੱਦ ਹੋ ਸਕਦੇ ਆ। ਸਵਾਲ ਬਹੁਤ ਮਹੱਤਵਪੂਰਨ ਹੈ ਵੀ ਇਹ ਸਮਝੌਤੇ ਰੱਦ ਹੋ ਸਕਦੇ ਕਿ ਨਹੀਂ ਹੋ ਸਕਦੇ। ਇਹਦੇ ਤੇ ਆਪਾਂ ਜਿਹੜਾ ਅੱਜ ਦਾ ਮਤ ਹੈ ਵੀ ਉਸ ਲਿਖਤੀ ਸਮਝੌਤੇ ਦੇ ਅੰਦਰ ਇੱਕ ਪੱਖ ਸਰਕਾਰ ਦੇ ਥਰੂ ਜਿਹੜਾ ਪੀਐਸਪੀਸੀਐਲ ਹੈ ਤੇ ਦੂਸਰਾ ਪੱਖ ਹੈਗਾ ਜਿਹਨੇ ਬਿਜਲੀ ਬਣਾ ਕੇ ਦੇਣੀ ਹੈ, ਜਿਹਨੂੰ ਆਪਾਂ ਕੰਪਨੀ ਕਹਿੰਦੇ ਆ। ਹੁਣ ਉਸ ਸਮਝੌਤੇ ਦੀ ਕੰਡੀਸ਼ਨ ਦੇ ਮੁਤਾਬਕ ਮਹਿਕਮਾ ਆਪਣੇ ਤੌਰ ਦੇ ਉੱਤੇ ਉਹਦੇ ਨਾਲ ਸਮਝੌਤਾ ਰੱਦ ਨਹੀਂ ਕਰ ਸਕਦਾ। ਉਦੋਂ ਹੀ ਰੱਦ ਕਰ ਸਕਦਾ ਸੀ। ਅੱਜ ਦੇਖੋ, ਮਾਰਚ ਦੇ ਪਹਿਲੇ ਹਫਤੇ ਦੇ ਅੰਦਰ ਤਲਵੰਡੀ ਸਾਬੋ ਦਾ ਜਿਹੜਾ ਪਲਾਂਟ ਹੈ ਉਹ ਕਰੀਬ 1800-1900 ਮੈਗਾਵਾਟ ਜਿਹੜਾ ਹੈਗਾ ਉਹਨੇ ਜਨਰੇਟ ਕਰਨਾ ਸੀਗਾ। ਉਹਦਾ ਇੱਕ ਯੂਨਿਟ ਕਰੀਬ 660 ਮੈਗਾਵਾਟ ਦਾ ਬੰਦ ਪਿਆ ਸੀ। ਦੂਸਰਾ ਯੂਨਿਟ ਜਿਸ ਦਿਨ ਜ਼ਰੂਰਤ ਆ ਗਈ ਪੈ ਗਈ ਉਸ ਦਿਨ ਬੰਦ ਹੋ ਗਿਆ ਤੇ ਤੀਸਰਾ ਯੂਨਿਟ ਕਦੀ ਚੱਲ ਪਿਆ ਤੇ ਕਦੀ ਨਾ ਚੱਲਿਆ। ਇਹਦਾ ਮਤਲਬ ਵੀ ਇਹ ਜਿਹੜਾ ਪਲਾਂਟ ਹੈ, ਇਸ ਪਲਾਂਟ ਦੀ ਜ਼ਰੂਰਤ ਤਾਂ ਅੱਜ ਦੀ ਡੇਟ 'ਚ ਵੀ ਖੜੀ ਆ, ਚਾਹੇ ਉਹ ਪੀਕ ਆਵਰ ਦੇ ਵਿੱਚ ਖੜੀ ਆ। ਪਰ ਜੇ ਅੱਜ ਸਮਝੌਤੇ ਇਸ ਸ਼ਰਤ ਦੇ ਤਹਿਤ ਹੀ ਇਹ ਕਿਹਾ ਜਾਵੇ ਰੱਦ ਹੁੰਦੇ ਆ ਤੇ ਉਹਦੇ 'ਚ ਕੋਈ ਕਲੌਜ਼ ਨਹੀਂ ਹੈਗੀ ਜਿਹੜੇ ਸਿੱਧੇ ਤੌਰ ਤੇ ਰੱਦ ਕੀਤੇ ਜਾਣ। ਅੱਛਾ, ਸਮਝੌਤਿਆਂ ਦੇ ਵਿੱਚ ਕੋਈ ਘੁੰਡੀ ਨਹੀਂ ਰੱਖੀ ਗਈ ਕਿ ਇਹ ਸਮੇਂ ਤੋਂ ਪਹਿਲਾਂ ਰੱਦ ਹੋ ਸਕਦੇ ਨੇ? ਕਿਉਂਕਿ ਵਿਰੋਧੀ ਧਿਰਾਂ ਤਾਂ ਬੜੇ ਜ਼ੋਰ ਦੇ ਕੇ ਕਹਿ ਰਹੀਆਂ ਨੇ ਕਿ ਸਾਡੀ ਸਰਕਾਰ ਆ ਲੈਣ ਦਿਓ ਦੁਬਾਰਾ, ਅਸੀਂ ਇਹਨਾਂ ਨੂੰ ਰੱਦ ਕਰ ਦਿਆਂਗੇ। ਬਹੁਤ ਵਧੀਆ ਜੀ। ਦੇਖੋ, 4.5 ਸਾਲ ਦਾ ਸਮਾਂ ਮੌਜੂਦਾ ਸਰਕਾਰ ਦਾ ਲੰਘ ਗਿਆ। ਮੈਂ ਕੋਈ ਪੋਲੀਟੀਕਲੀ ਗੱਲ ਨਹੀਂ ਕਰਨਾ ਚਾਹੂੰਗਾ। ਮੈਂ ਗੱਲ ਕਰਨਾ ਚਾਹੂੰਗਾ ਜੇ ਸੱਚੀ ਮੁੱਚੀ ਇਹ ਜਿਸ ਦਿਨ ਸਰਕਾਰ ਆਈ ਆ, ਜੇ ਉਹਨੂੰ ਲੱਗਦਾ ਸੀ ਵੀ ਇਹਦੇ 'ਚ ਇਹ ਚੀਜ਼ ਤੇ ਇਹਨਾਂ ਨੂੰ ਕਿਸੇ ਨੇ ਜਿਹੜੀ ਸਟੇਟਮੈਂਟ ਅੱਜ ਆਈ ਆ ਉਸ ਦਿਨ ਵੀ ਇਹ ਹੋ ਸਕਦਾ ਸੀ। ਪਰ ਇਹਦੇ ਪਿੱਛੇ ਦੀ ਕਹਾਣੀ ਹੋਰ ਹੈਗੀ ਆ, ਕਿਉਂਕਿ ਜਦੋਂ ਸਮਝੌਤੇ ਕੀਤੇ ਗਏ ਉਸ ਵੇਲੇ ਇੱਕ ਪੀਕ ਡਿਮਾਂਡ ਦੇਖੀ ਗਈ ਵੀ ਇੰਨੀ ਸਾਨੂੰ ਬਿਜਲੀ ਚਾਹੀਦੀ ਆ। ਉਹਦੇ ਲਈ ਉਹ ਦੇਖਿਆ ਗਿਆ ਵੀ ਇਹਦੇ ਤੇ ਇੰਨਾ ਖਰਚਾ ਆਉਣਾ ਆ। ਜਦੋਂ ਉਹ ਇੰਨੀ ਚਾਹੀਦੀ ਹੈ, ਇੰਨਾ ਖਰਚਾ ਆਉਣਾ ਆ, ਖਰਚਾ ਆਪਣੇ ਕੋਲ ਦੇਣ ਵਾਸਤੇ ਨਹੀਂ ਹੈ। ਇਸੇ ਕਰਕੇ ਹੀ ਤਾਂ ਇੰਨੇ ਸਮੇਂ ਦੇ ਅੰਦਰ ਜਿਹੜੀ ਆ ਐਮਪਲੋਈ ਦੇ ਜਿਹੜੇ ਪੈਸੇ, ਚਾਹੇ ਉਹ ਪੇ ਰਿਵੀਜ਼ਨ ਦੇ ਨਾਂ 'ਤੇ ਆ, ਚਾਹੇ ਉਹ ਡੀਏ ਦੀਆਂ ਕਿਸ਼ਤਾਂ ਦੇ ਨਾਂ 'ਤੇ, ਉਹ ਦਿੱਤੇ ਨਹੀਂ ਜਾ ਸਕੇ। ਨਵੀਆਂ ਭਰਤੀਆਂ ਕੀਤੀਆਂ ਨਹੀਂ ਜਾ ਸਕੀਆਂ। ਇਹਦਾ ਮਤਲਬ ਸਰਕਾਰ ਦੇ ਕੋਲ ਉਹਨਾਂ ਪੈਸਾ ਨਹੀਂ ਹੈ। ਸੋ ਜੇ ਨਹੀਂ ਹੈ ਤੇ ਇਹ ਸਮਝੌਤਿਆਂ ਦੇ ਤਹਿਤ ਬਿਜਲੀ ਲਈ ਜਾਣਾ ਇਹ ਸਰਕਾਰ ਦੀ ਮਜਬੂਰੀ ਹੋਣੀ ਹੋਈ ਸੀ। ਤੇ ਅੱਜ ਸਿਰਫ ਇੰਨਾ ਕੁ ਸਮਾਂ ਰਹਿੰਦੇ ਹੋਏ ਇਹ ਗੱਲ ਕਹਿ ਕੇ ਇੱਕ ਖਲਬਲੀ ਮਚਾ ਦੇਣਾ ਕਿ ਇਹ ਸਮਝੌਤੇ ਰੱਦ ਕਰ ਦਿੱਤੇ ਜਾਣ ਜਾਂ ਰੱਦ ਕਰ ਦਿੱਤੇ ਜਾਣਗੇ। ਇਹਦੇ 'ਚ ਪਹਿਲੀ ਕਲੌਜ਼ ਜੇ ਇਹ ਰੱਦ ਹੋਣੇ ਆ ਤੇ ਸਿਰਫ ਜਿਹਨੇ ਬਿਜਲੀ ਦੇਣੀ ਆ ਤਿਆਰ ਕਰਕੇ, ਪਹਿਲਾ ਅਖਤਿਆਰ ਉਹਦੇ ਕੋਲ ਹੈ ਸਮਝੌਤੇ ਦੇ ਮੁਤਾਬਕ, ਉਹ ਰੱਦ ਕਰ ਸਕਦਾ। ਦੂਜਾ ਅਖਤਿਆਰ ਸਰਕਾਰ ਦੇ ਕੋਲ ਉਦੋਂ ਆਏਗਾ ਜਦੋਂ ਸਰਕਾਰ ਨੇ ਜਿਹੜੀਆਂ ਸ਼ਰਤਾਂ ਦੇ ਤਹਿਤ ਉਹ ਤੋਂ ਬਿਜਲੀ ਲੈਣੀ ਆ ਉਹ ਨਹੀਂ ਦੇ ਰਿਹਾ।
ਉਹ ਅੱਜ ਦੀ ਡੇਟ 'ਚ ਵੀ ਕਹਿ ਰਿਹਾ ਮੈਂ ਬਿਜਲੀ ਦੇ ਸਕਦਾ ਹਾਂ। ਅੱਛਾ, ਇੱਕ ਗੱਲ ਇਹ ਵੀ ਹੈ ਨਾ ਕਿ ਜਿੰਨੇ ਵੀ ਪਲਾਂਟ ਹੈਗੇ ਆ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਆ। ਜਿਸ ਤਰੀਕੇ ਨਾਲ ਇਹਨਾਂ ਨੇ ਸਮਝੌਤੇ ਕੀਤੇ ਆ, ਬਹੁਤ ਗਿਣਤੀ ਪ੍ਰਾਈਵੇਟ ਕੰਪਨੀਆਂ ਦੀ ਆ। ਜੇ ਇਹ ਕਹਿੰਦੇ ਆ ਕਿ ਸਮਝੌਤੇ ਰੱਦ ਕਰਨੇ ਆ, ਇਹਨਾਂ ਕੋਲ ਬਦਲ ਕਿਹੜਾ ਹੋਊਗਾ ਫਿਰ? ਸਭ ਤੋਂ ਪਹਿਲੀ ਜ਼ਰੂਰਤ ਆਹ ਹੀ ਆ ਕਿ ਜੇ ਉਸ ਵੇਲੇ ਸਰਕਾਰ ਵਾਕਿਆ ਹੀ ਆਪਣੇ ਕੋਲ ਬੈਲੈਂਸ ਆਫ ਪਾਵਰ ਰੱਖਣਾ ਚਾਹੁੰਦੀ ਤੇ ਜਿਹੜੇ ਪਬਲਿਕ ਸੈਕਟਰ ਜਾਣੀ ਕਿ ਮਹਿਕਮੇ ਦੇ ਆਪਣੇ ਜਨਰੇਟਿੰਗ ਸਟੇਸ਼ਨ ਸੀਗੇ, ਉਹ ਨਵੇਂ ਜਨਰੇਟਿੰਗ ਸਟੇਸ਼ਨ ਲਗਾ ਸਕਦੀ ਸੀ, ਆਪਣੇ ਪੁਰਾਣੇ ਜਨਰੇਟਿੰਗ ਸਟੇਸ਼ਨ ਨੂੰ ਉਹਦੀ ਕਪੈਸਿਟੀ ਵਧਾ ਸਕਦੀ ਸੀ ਤੇ ਜਿਹੜੇ ਚੱਲ ਰਹੇ ਸੀਗੇ ਉਹਨਾਂ ਨੂੰ ਰੈਨੋਵੇਟ ਕਰ ਸਕਦੀ ਸੀ। ਇਹ ਤਿੰਨ ਢੰਗ ਅਪਣਾ ਸਕਦੀ ਸੀਗੀ। ਪਰ ਫਿਰ ਗੱਲ ਉੱਥੇ ਆ ਜਾਂਦੀ ਵੀ ਜੇ ਇਹਨਾਂ ਕੋਲ ਆਪਣੇ ਸਾਧਨ ਹੁੰਦੇ ਤੇ ਇਹ ਕਰ ਲੈਂਦੇ। ਹੁਣ ਇਹਨਾਂ ਨੇ ਆਪਣੇ ਬਜਾਏ ਸਾਧਨ ਹੋਰ ਵਧਾਉਣ ਦੇ, ਇਹਨਾਂ ਨੇ ਤਾਂ ਬਠਿੰਡਾ ਥਰਮਲ ਪਲਾਂਟ ਸਰਕਾਰ ਨੇ ਆਉਂਦਿਆਂ ਕਮੇਟੀ ਬਣਾ ਕੇ ਬੰਦ ਕਰਤਾ ਤੇ ਦੂਸਰਾ ਜਿਹੜਾ ਰੋਪੜ ਥਰਮਲ ਪਲਾਂਟ ਹੈ ਉਹਦੇ 2 ਯੂਨਿਟ ਵੀ ਬੰਦ ਕਰ ਲਏ। ਜਦੋਂ ਆਪਣਾ ਥਰਮਲ ਪਲਾਂਟ ਬੰਦ ਕਰਾ ਲਿਆ, 2 ਯੂਨਿਟ ਉਹਦੇ ਵੀ ਬੰਦ ਕਰਾ ਲਏ ਤੇ ਹੁਣ ਆਪਣਾ ਇੰਬੈਲੈਂਸ ਤਾਂ ਆਪਾਂ ਹੋਰ ਕਰ ਲਿਆ। ਤੇ ਤੀਜੀ ਗੱਲ ਰਹਿ ਗਈ ਵੀ ਆਪਾਂ ਨੂੰ ਤਾਂ ਲਗਾਤਾਰ ਚਾਹੇ ਜ਼ਿਆਦਾ ਤੇ ਚਾਹੇ ਘੱਟ ਲਗਾਤਾਰ ਬਾਹਰਲੇ ਸੋਰਸਿਸ ਤੋਂ ਬਿਜਲੀ ਚਾਹੀਦੀ ਆ ਤੇ ਲਗਾਤਾਰ ਬਿਜਲੀ ਜਿਹੜੀ ਹੈਗੀ ਆ ਉਹਦੇ 3 ਤਰ੍ਹਾਂ ਦੇ ਸਮਝੌਤੇ ਹੁੰਦੇ ਆ। ਥੋੜੀ ਬਿਜਲੀ ਥੋੜੇ ਸਮੇਂ ਲਈ, ਜ਼ਿਆਦਾ ਬਿਜਲੀ ਜ਼ਿਆਦਾ ਸਮੇਂ ਲਈ ਤੇ ਵਿਚਕਾਰ ਥੋੜੀ ਬਿਜਲੀ ਜ਼ਿਆਦਾ ਸਮੇਂ ਲਈ। ਹੁਣ ਇਹ 3 ਤਰ੍ਹਾਂ ਦੇ ਸਮਝੌਤੇ ਜਦੋਂ ਤੁਸੀਂ ਥੋੜੀ ਬਿਜਲੀ ਥੋੜੇ ਸਮੇਂ ਲਈ ਲਓਗੇ ਰੇਟ ਘੱਟ ਹੋਏਗਾ, ਜ਼ਿਆਦਾ ਬਿਜਲੀ ਜ਼ਿਆਦਾ ਸਮੇਂ ਲਈ ਤੁਹਾਨੂੰ ਚਾਹੀਦੀ ਹੈ ਰੇਟ ਵੱਧ ਹੋਏਗਾ ਤੇ ਉਹਦੇ ਨਾਲ ਫਿਰ ਉਹਦੀਆਂ ਸ਼ਰਤਾਂ ਤੇ ਸਮਝੌਤਾ ਹੋਏਗਾ। ਸੋ ਇਹਦੇ ਪਿੱਛੇ ਹੁਣ ਜਦੋਂ ਸਮਝੌਤਾ ਆਪਾਂ ਉਦਾਂ ਦਾ ਕਰ ਲਿਆ ਵੀ ਸਾਨੂੰ ਲੰਬੇ ਸਮੇਂ ਲਈ ਬਿਜਲੀ ਚਾਹੀਦੀ ਹੈ ਤੇ ਜ਼ਿਆਦਾ ਬਿਜਲੀ ਚਾਹੀਦੀ ਆ ਤੇ ਰੇਟ ਉਸ ਵੇਲੇ ਦੇ ਤੈਅ ਹੋ ਗਏ। ਅੱਜ ਦੀ ਡੇਟ 'ਚ ਟੈਕਨੋਲੋਜੀ ਬਦਲ ਗਈ ਆ। ਟੈਕਨੋਲੋਜੀ ਬਦਲਣ ਦੇ ਨਾਲ ਇਹ ਮੌਜੂਦਾ ਸਰਕਾਰ ਨੇ ਦੇਖਣਾ ਸੀ ਵੀ ਉਸ ਵੇਲੇ ਕਿਉਂ ਨਹੀਂ ਇਹਨੂੰ ਰਿਵਿਊ ਕੀਤਾ ਗਿਆ। ਬਟ ਅੱਜ ਰਿਵਿਊ ਕਰਨਾ ਜਿਹੜਾ ਹੈਗਾ ਉਹ ਜੇ ਰਿਵਿਊ ਕੀਤਾ ਜਾਂਦਾ ਤੇ ਸਰਕਾਰ ਦੇ ਕੋਲ ਆਪਣੇ ਸੋਰਸਿਸ ਨਹੀਂ ਹੈ ਤੇ ਆਪਾਂ ਪਿਛਲੇ 1.5 ਮਹੀਨਾ 1 ਮਹੀਨਾ ਪਹਿਲਾਂ ਹੀ ਪੰਜਾਬ ਦੇ ਅੰਦਰ ਇਦਾਂ ਦੀ ਸਥਿਤੀ ਦੇਖ ਚੁੱਕੇ ਹਾਂ ਵੀ ਆਪਾਂ 4-4 ਘੰਟੇ ਦਾ ਕੱਟ ਜਨਰਲ ਕੰਜ਼ਿਊਮਰ ਵਾਸਤੇ, ਜਿਹੜਾ ਪੈਡੀ ਦਾ ਖਪਤਕਾਰਾਂ ਆਪਣੇ ਐਗਰੀਕਲਚਰ ਖਪਤਕਾਰਾਂ ਨੂੰ ਕੱਟ ਅਲੱਗ ਤੇ 3-3 ਦਿਨ ਦਾ ਇੰਡਸਟਰੀ ਨੂੰ ਕੱਟ ਲਗਾ ਕੇ ਅਸੀਂ ਬੜੀ ਮੁਸ਼ਕਲ ਗੁਜ਼ਾਰਾ ਕੀਤਾ। ਤੇ ਜੇ ਆਪਾਂ ਇਹ ਸਮਝੌਤੇ ਰੱਦ ਕਰ ਲੈਂਦੇ ਹਾਂ, ਸਾਡੇ ਕੋਲ ਬਦਲਵਾਂ ਹੱਲ ਹਜੇ ਤੱਕ ਅਵੇਲੇਬਲ ਨਹੀਂ ਨਜ਼ਰ ਆਉਂਦਾ ਜਿਹਦੇ ਨਾਲ ਆਪਾਂ ਇਮੀਡੀਏਟਲੀ ਬੱਤੀ ਲੋਕਾਂ ਨੂੰ ਦੇ ਸਕੀਏ। ਹਵਾ 'ਚ ਫਿਰ ਗੱਲਾਂ ਕਰੀ ਜਾਂਦੇ ਆ, ਅਗਲੇ ਪਾਸੇ ਰਾਹ ਕੋਈ ਦਿਸਦਾ ਨਹੀਂ ਆ, ਪਹਿਲੇ ਰਾਹ ਵੀ ਬੰਦ ਕਰਨ ਨੂੰ ਫਿਰਦੇ। ਦੇਖੋ, ਜਿੱਥੋਂ ਤੱਕ ਪੋਲੀਟੀਸ਼ੀਅਨ ਦੀ ਸਟੇਟਮੈਂਟ ਹੈ ਉਹਦੇ ਤੇ ਮੈਂ ਕਮੈਂਟ ਨਹੀਂ ਕਰ ਸਕਦਾ। ਮੈਂ ਕਮੈਂਟ ਕਰ ਸਕਦਾ ਨੰਬਰ 1 ਟੈਕਨੀਕਲ ਪੁਆਇੰਟ ਆਫ ਵਿਊ ਨਾਲ। ਟੈਕਨੀਕਲ ਪੁਆਇੰਟ ਆਫ ਵਿਊ ਜਿਹੜਾ ਆ ਉਹ ਹਜੇ ਤੱਕ ਅਲਾਓ ਨਹੀਂ ਕਰਦਾ। ਦੂਸਰਾ ਜਿਹੜਾ ਸਮਝੌਤਾ ਹੈ ਉਹ ਸਮਝੌਤਾ ਟੈਕਨੀਕਲ ਵਿਊ ਨੂੰ ਲੈ ਕੇ ਐਡਮਿਨਿਸਟ੍ਰੇਟਿਵ ਤੌਰ ਤੇ ਸਮਝੌਤਾ ਹੋ ਗਿਆ। ਉਸ ਸਮਝੌਤੇ ਨੂੰ ਰੱਦ ਕਰਨ ਵਾਸਤੇ PSPCL ਦੇ ਕੋਲ ਸਿੱਧੇ ਤੌਰ ਦੇ ਉੱਤੇ ਕੋਈ ਐਸਾ ਕਾਰਨ ਨਹੀਂ ਉਹਦੇ 'ਚ ਦਰਜ ਹੈਗਾ ਵੀ ਜਿਹੜਾ ਇਹ ਸਮਝੌਤਾ ਰੱਦ ਕਰ ਸਕੇ। ਜਿਵੇਂ ਇਹ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਨੇ ਹੱਥ ਵੱਢ ਕੇ ਆਪਣੇ ਦੇ ਦਿੱਤੇ ਆ, ਇਹ ਕੋਈ ਆਪਣੇ ਪਲਾਂਟ ਨਹੀਂ ਸੀ ਲਾ ਸਕਦੇ ਸਰਕਾਰੀ? ਉਹਦੇ 'ਚ ਖਰਚਾ ਜ਼ਿਆਦਾ ਆਉਂਦਾ ਸੀ ਕਿ ਇਹਨਾਂ ਕੋਲ ਸੁੱਖ ਸਹੂਲਤਾਂ ਉਹ ਜਿਹੀਆਂ ਹੈ ਨਹੀਂ ਸੀ? ਜਿੱਥੋਂ ਤੱਕ ਖਰਚੇ ਦੀ ਗੱਲ ਕਰੀਏ, ਖਰਚੇ ਦੀ ਮੈਂ ਕਹਿ ਚੁੱਕਾ ਵੀ ਸਰਕਾਰ ਦੇ ਕੋਲ ਉਹ ਚੀਜ਼ਾਂ ਨਹੀਂ ਸੀਗੀਆਂ। ਪਰ ਜਿੱਥੋਂ ਤੱਕ ਟੈਕਨੋਲੋਜੀ ਦੀ ਗੱਲ ਕਰੀਏ ਜਾਂ ਆਪਣੀ ਜਿਹੜੀ ਕਾਬਲੀਅਤ ਦੀ ਗੱਲ ਕਰੀਏ ਤੇ PSPCL ਦੇ ਕੋਲ ਆਪਣੇ ਕਾਬਲ ਇੰਜੀਨੀਅਰ ਇਸ ਲੈਵਲ ਦੇ ਸੀਗੇ ਕਿ ਜਿਨ੍ਹਾਂ ਨੇ ਰੋਪੜ ਥਰਮਲ ਪਲਾਂਟ ਜਿਹੜਾ ਲਗਾਇਆ, ਉਹ ਰੋਪੜ ਥਰਮਲ ਪਲਾਂਟ ਪੂਰੇ ਭਾਰਤ ਦੇ ਅੰਦਰ ਇੱਕ ਐਸਾ ਥਰਮਲ ਪਲਾਂਟ ਜਿਹਨੇ ਵੱਡੇ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਆ। ਬਠਿੰਡਾ ਥਰਮਲ ਪਲਾਂਟ ਅਸੀਂ ਉਹਨੂੰ ਚਲਾ ਕੇ ਰੈਨੋਵੇਟ ਕਰਕੇ ਉਹਦੇ ਤੋਂ ਪੀਕ ਜਿਹੜੀ ਸਪਲਾਈ ਦੀ ਜਨਰੇਸ਼ਨ ਹੈ ਕਰਵਾ ਚੁੱਕੇ ਆ। ਸੋ ਇਦਾਂ ਦੀ ਹਾਲਤ ਦੇ ਅੰਦਰ ਮੈਂ ਇਹ ਗੱਲ ਤਾਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ PSPCL ਦੇ ਕੋਲ ਯੋਗ ਇੰਜੀਨੀਅਰ ਸੀਗੇ, ਯੋਗ ਸਟਾਫ ਸੀਗਾ ਤੇ ਟੈਕਨੋਲੋਜੀ ਦੀ ਫੁੱਲ ਵਰਤੋਂ ਕਰਕੇ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਸੀਗਾ। ਇਹ 'ਚ ਕੋਈ ਗੱਲ ਨਹੀਂ ਹੈ। ਹਾਂ, ਇੱਕ ਪਾਸੇ ਸਰਕਾਰ ਦੇ ਕੋਲ ਪੈਸਾ ਨਹੀਂ ਸੀ, ਦੂਜੇ ਪਾਸੇ WTO ਦੀਆਂ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਜਿਹਨੂੰ ਆਪਾਂ ਰਿਫਾਰਮਸ ਦੇ ਨਾਂ ਦੇ ਉੱਤੇ ਕਹਿ ਰਹੇ ਹਾਂ, ਉਹ ਰਿਫਾਰਮਸ ਦੇ ਨਾਂ ਦੇ ਉੱਤੇ ਇਹ ਇਕੱਲੇ ਪੰਜਾਬ ਦੇ ਅੰਦਰ ਨਹੀਂ, ਇਹ ਪੂਰੇ ਭਾਰਤ ਦੇ ਅੰਦਰ ਸਥਿਤੀ ਬਣੀ ਹੋਈ ਆ ਵੀ ਆਪਾਂ ਉੱਦਾਂ ਦੀ ਜਗ੍ਹਾ ਤੇ ਪਲਾਂਟ ਲਾ ਲਏ ਆ ਜਿੱਥੋਂ ਬਿਜਲੀ ਪੈਦਾ ਨਹੀਂ ਹੋ ਰਹੀ ਤੇ ਉੱਦਾਂ ਦੇ ਰੇਟ ਤੈਅ ਕਰ ਲਏ ਆ ਜਿਹੜੇ ਉਹਨੂੰ ਆਪਾਂ ਦੇ ਨਹੀਂ ਸਕਦੇ ਤੇ ਉੱਦਾਂ ਦੇ ਸਥਾਨ ਤੇ ਇਹਦੇ ਵਿੱਚ ਦੂਜਾ ਪੱਖ ਸੀਗਾ ਵੀ ਆਪਾਂ ਪਲਾਂਟ ਤਾਂ ਲਾ ਲਏ ਤੇ ਜਿਹੜੀਆਂ ਉਹਦੀਆਂ ਜਿਹਦੇ ਥਰੂ ਟਰਾਂਸਮਿਸ਼ਨ ਸਿਸਟਮ ਦੇ ਥਰੂ ਆਉਣਾ ਸੀ, ਟਰਾਂਸਮਿਸ਼ਨ ਸਿਸਟਮ ਅੱਜ ਵੀ 10-12 ਸਾਲ ਦੇ ਅੰਦਰ ਅਸੀਂ ਉਸ ਲੈਵਲ ਦਾ ਨਹੀਂ ਕਰ ਸਕੇ ਜਿਹੜਾ ਸਾਨੂੰ ਚਾਹੀਦਾ ਸੀ। ਇਹ ਵੀ ਗੱਲ ਹੈ ਕਿ ਮੇਰਾ ਆਖਰੀ ਸਵਾਲ ਹੈ, ਗਰਮੀ ਵੀ ਬਹੁਤ ਜ਼ਿਆਦਾ ਹੈ, ਆਪਾਂ ਇਹ ਗੱਲ ਦੱਸੋ ਕਿ ਜਿਵੇਂ ਇੱਕ ਆਮ ਆਦਮੀ ਪਾਰਟੀ ਨੇ ਕਹਿ ਦਿੱਤਾ ਕਿ ਅਸੀਂ 200-300 ਯੂਨਿਟ ਮਾਫ ਕਰ ਦਿਆਂਗੇ, ਉਸ ਤੋਂ ਬਾਅਦ ਅਸੀਂ ਪੈਸਾ ਲਾਵਾਂਗੇ। ਕੋਈ ਕਹਿ ਰਿਹਾ ਹੈ ਕਿ ਸਸਤੀ ਕਰ ਦਿਆਂਗੇ ਤੇ ਕੋਈ ਕਹਿ ਰਿਹਾ ਹੈ ਕਿ ਅਸੀਂ ਮੁਫਤੀ ਕਰ ਦੇਣੀ ਹੈ ਬਿਜਲੀ, ਇੰਨੀ ਸਸਤੀ ਕਰ ਦੇਣੀ ਹੈ। ਤਾਂ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ ਨੇ ਕਿ ਜਾਂ ਫਿਰ ਇਹ ਨਿਹੱਥੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪੰਜਾਬ? ਸਰ ਦੇਖੋ, ਪਹਿਲੀ ਚੀਜ਼ ਤਾਂ ਇਹ ਆ ਵੀ ਇਹ ਇੱਕ ਪੋਲੀਟੀਕਲ ਸਟੇਟਮੈਂਟ ਹੈ
ਇਹ ਪੋਲੀਟੀਕਲ ਸਟੇਟਮੈਂਟ ਜੇ ਪੋਲੀਟੀਕਲ ਆਕਾ ਆ ਕੇ ਉਹ ਕਵੇ ਵੀ ਮੈਂ ਖਜ਼ਾਨਾ ਲੁਟਾਉਣਾ ਆ ਤੇ ਉਹ ਕੁਝ ਵੀ ਕਰ ਸਕਦਾ, ਉਹਦੇ ਤੇ ਕਮੈਂਟ ਨਹੀਂ ਹੋ ਸਕਦੇ। ਜਿੱਥੋਂ ਤੱਕ ਐਡਮਿਨਿਸਟ੍ਰੇਟਿਵ ਔਰ ਟੈਕਨੀਕਲ ਪੁਆਇੰਟ ਆਫ ਵਿਊ ਹੈ, ਉਹ ਟੈਕਨੀਕਲ ਪੁਆਇੰਟ ਆਫ ਵਿਊ ਇਹ ਹੈ ਵੀ ਪੰਜਾਬ ਦੇ ਅੰਦਰ ਪੀਕ ਸੀਜ਼ਨ ਦੇ ਅੰਦਰ 14,000 ਮੈਗਾਵਾਟ ਜਿਹੜੀ ਹੈ ਉਹ ਬਿਜਲੀ ਦੀ ਕੰਜ਼ੰਪਸ਼ਨ ਹੁੰਦੀ ਆ। ਹੁਣ ਉਹਦੇ ਚੋਂ 300 ਜਿਹੜਾ ਯੂਨਿਟ ਕੰਜ਼ਿਊਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਿੱਡੀ ਵੱਡੀ ਆ। ਜੇ ਜਨਰਲ ਕੰਜ਼ਿਊਮਰ ਦੀ ਗੱਲ ਕਰ ਲਈਏ ਤੇ ਦਿੱਲੀ ਦੀ ਟੋਟਲ ਪਾਪੂਲੇਸ਼ਨ ਤੋਂ ਕਿਤੇ ਜ਼ਿਆਦਾ ਆ। ਹੁਣ ਦਿੱਲੀ ਦੀ ਪਾਪੂਲੇਸ਼ਨ ਤੋਂ ਜ਼ਿਆਦਾ ਹੋਣ ਕਰਕੇ ਇੱਥੇ ਆ ਕੇ ਇਹ ਗੱਲ ਕਹਿਣਾ ਵੀ ਫ੍ਰੀ ਬਿਜਲੀ ਦਿੱਤੀ ਜਾ ਸਕਦੀ ਹੈ, ਖਜ਼ਾਨਾ ਖਾਲੀ ਕੀਤਾ ਜਾ ਸਕਦਾ, ਕਰੀਬ 18,000 ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਲਾਨਾ ਫਿਰ ਸਾਨੂੰ ਇਸ ਪੱਖ 'ਚ ਦੇਣਾ ਪੈ ਸਕਦਾ ਆ ਜੇ ਆਪਾਂ ਫ੍ਰੀ ਬਿਜਲੀ ਦੇਣੀ ਆ। ਤੇ ਜੇ ਆਪਾਂ ਸਸਤੀ ਬਿਜਲੀ ਦੇਣੀ ਆ, ਜਦੋਂ ਆਪਾਂ ਖਰੀਦ ਹੀ ਬਾਹਰੋਂ ਰਹੇ ਆ ਤੇ ਫਿਰ ਸਸਤੀ ਬਿਜਲੀ ਕਿੱਦਾਂ ਦਿੱਤੀ ਜਾ ਸਕਦੀ ਆ? ਟੈਕਨੀਕਲੀ ਮੇਰੇ ਕੋਲ ਜਸਟੀਫਿਕੇਸ਼ਨ ਨਹੀਂ ਹੈਗੀ। ਜਿੱਥੋਂ ਤੱਕ ਇਹਦੇ 'ਚ ਬੈਲੈਂਸ ਕਰਨ ਵਾਲੀ ਗੱਲ ਸੀਗੀ, ਜਦੋਂ ਆਪਾਂ ਆਪਣੇ ਥਰਮਲ ਪਲਾਂਟ ਚਾਹੇ ਉਹ ਬਠਿੰਡਾ ਥਰਮਲ ਪਲਾਂਟ ਉਹਨੂੰ ਬੰਦ ਕਰ ਲਿਆ, ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਲਏ ਤੇ ਫਿਰ ਆਪਾਂ ਪ੍ਰਾਈਵੇਟ ਕੋਲੋਂ ਬਿਜਲੀ ਲੈਣੀ ਆ ਤੇ ਪ੍ਰਾਈਵੇਟ ਦੇ ਨਾਲ ਜਿਹੜੇ ਐਡ ਕੀਤੇ ਆ ਉਹਨਾਂ ਦੇ ਰੇਟ ਉਸ ਹਿਸਾਬ ਨਾਲ ਲੈਣੇ ਪੈਣੇ ਆ ਤੇ ਫਿਰ ਆਪਾਂ ਸਸਤੀ ਬਿਜਲੀ ਕਿੱਦਾਂ ਦੇ ਸਕਦੇ ਆ? ਇਹ ਹਜੇ ਤੱਕ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਤੇ ਜੇ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਤੇ ਇਹ ਲੱਗਦਾ ਵੀ ਇਹ ਪੋਲੀਟੀਕਲ ਸਟੇਟਮੈਂਟ। ਹਾਂ ਰਾਏ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਟੈਕਨੀਕਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਲੀਡਰਾਂ ਦੇ ਵੱਲੋਂ ਕੁੱਲ ਮਿਲਾ ਕੇ ਹੀ ਕਿਹਾ ਜਾ ਸਕਦਾ ਹੈ ਕਿ ਹਵਾ ਦੇ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਆ। ਜਿਹੜੇ ਸਮਝੌਤੇ ਹੋਏ ਨੇ ਉਹ 4.5 ਸਾਲਾਂ ਦੇ ਵਿੱਚ ਰਿਵਿਊ ਕਰਕੇ ਉਹਨਾਂ ਨੂੰ ਕਿਉਂ ਨਹੀਂ ਫਿਰ ਰੱਦ ਕਰ ਦਿੱਤਾ ਗਿਆ? ਕਿਉਂਕਿ ਸੁਖਬੀਰ ਬਾਦਲ ਹੋਣੀ ਸ਼ਰੇਆਮ ਕਹਿੰਦੇ ਨੇ ਕਿ 4.5 ਸਾਲਾਂ ਦੇ ਵਿੱਚ ਤੁਹਾਨੂੰ ਜਾ ਕਿਉਂ ਨਹੀਂ ਆਈ, ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂ ਇਦਾਂ ਕਹਿ ਰਹੇ ਹੋ? ਦੂਜੇ ਪਾਸੇ ਵਿਰੋਧੀ ਧਿਰਾਂ ਕਈ ਇਹ ਕਹਿ ਰਹੀਆਂ ਨੇ ਕਿ ਅਸੀਂ 300 ਯੂਨਿਟ ਮਾਫ ਕਰ ਦਿਆਂਗੇ, ਕੋਈ ਕਹਿ ਰਿਹਾ ਹੈ ਕਿ ਅਸੀਂ ਸਸਤੀ ਕਰ ਦਿਆਂਗੇ। ਇਹ ਵੀ ਕੋਈ ਅਗਲਾ ਰਾਹ ਦਸੇਰਾ ਕੋਈ ਨਹੀਂ ਦੀਦਾ, ਬਸ ਹਵਾ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਲੋਕਾਂ ਨੂੰ ਲੁਭਾਉਣ ਦੇ ਲਈ, ਲੋਕਾਂ ਦੇ ਕੋਲੋਂ ਵੋਟਾਂ ਲੈਣ ਦੇ ਲਈ। ਪਰ ਅਸਲ ਹਕੀਕਤ ਕੁਝ ਹੋਰ ਹੈ ਕਿ ਜਿਹੜੇ ਸਮਝੌਤੇ ਹੋਏ ਨੇ ਜਾਂ ਜਿਹੜੇ ਸਿਸਟਮ ਦੇ ਨਾਲ ਅਸੀਂ ਚੱਲ ਰਹੇ ਹਾਂ ਉਸ ਸਿਸਟਮ ਦੇ ਵਿੱਚ ਚੱਲਣਾ ਪਵੇਗਾ, ਨਹੀਂ ਤੇ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪੈਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।